हेलो स्टूडेंट्स, ਅੱਜ ਦਾ अपना टॉपिक है प्रॉफिट्स इन लिeu ऑफ सैलरी। ਅਸੀਂ ਪਿਛਲੇ ਲੈਕਚਰ प्रॉफिट इन लिeu ऑफ सैलरीज ਦੇ ਵਿੱਚ ਆਪਾਂ ਦੋ ਮੇਨ ਚੀਜ਼ਾਂ ਕਵਰ ਕੀਤੀਆਂ ਸੀਗੀਆਂ। ਇੱਕ ਸੀ ਲੀਵ ਟਰੈਵਲ ਕੰਸੈਸ਼ਨ ਔਰ ਦੂਜਾ ਹੈ ਗ੍ਰੈਚੁਇਟੀ। ਇਹ ਦੋ ਆਸਪੈਕਟ ਕਵਰ ਕਰਕੇ ਅਸੀਂ ਹੁਣ ਉਸ ਤੋਂ ਅੱਗੇ ਜਿਹੜੇ ਹੈ ਆਸਪੈਕਟ ਕਵਰ ਕਰਨ ਜਾ ਰਹੇ ਹਾਂ। ਮੈਂ ਸਕਰੀਨ ਸ਼ੇਅਰ ਕਰ ਰਿਹਾ ਤੁਹਾਡੇ ਨਾਲ। हाँ जी, प्रॉफिट्स इन लिeu ऑफ सैलरी। यस बेटा, अगला पार्ट है, अगला पॉइंट अपने को कम्यूटेशन ऑफ पेंशन अंडर सैक्शन 10 सब सैक्शन 10A। कम्यूटेशन ऑफ पेंशन का मतलब की है भी जिहड़ी इंप्लॉई नूं रिटायरमेंट ते पेंशन मिलती है, ठीक है, वो पेंशन मंथली फिक्स होती है। पर कई बार इंप्लॉई नूं ये ऑफर की जाती है कि वो अपनी पेंशन का कुछ हिस्सा लमसम ले लवे, ठीक है। तो इंप्लॉई अपनी पेंशन का 30%, 40%, 50%, 70% ਜਿਹੜਾ ਹੈ ਉਹ ਲਮਸਮ ਦੇ ਵਿੱਚ ਰਿਸੀਵ ਕਰ ਲੈਂਦਾ ਇੰਪਲੋਇਰ ਤੋਂ। ਤਾਂ ਉਸ ਲਮਸਮ ਅਮਾਉਂਟ ਦਾ ਕੀ ਟ੍ਰੀਟਮੈਂਟ ਹੋਏਗਾ ਉਹ ਅਸੀਂ ਇਹਦੇ ਵਿੱਚ ਡਿਸਕਸ ਕਰਾਂਗੇ। ਪਲੱਸ ਜਿਹੜੀ ਆ ਮੰਥਲੀ ਪੈਨਸ਼ਨ ਦਾ ਕੀ ਟ੍ਰੀਟਮੈਂਟ ਹੋਏਗਾ ਉਹ ਅਸੀਂ ਇਹਦੇ ਵਿੱਚ ਜਿਹੜਾ ਹੈ ਡਿਸਕਸ ਕਰਾਂਗੇ ਇਸ ਪੁਆਇੰਟ ਦੇ ਵਿੱਚ। ਹਾਂ, ਪਹਿਲਾ ਪੁਆਇੰਟ, ਮੰਥਲੀ ਪੈਨਸ਼ਨ ਰਿਸੀਵਡ ਬਾय EMPLOYE ਇਜ਼ ਫੁੱਲੀ ਟੈਕਸੇਬਲ। ਜਿਹੜੀ ਤਾਂ ਉਹਨੂੰ ਮੰਥਲੀ ਪੈਨਸ਼ਨ ਮਿਲਦੀ ਹੈ ਉਹ ਫੁੱਲੀ ਟੈਕਸੇਬਲ ਹੈ ਔਰ ਅੰਡਰ ਦਾ ਹੈਡ ਸੈਲਰੀ ਉਹ ਟੈਕਸੇਬਲ ਹੋਏਗੀ, ਸੈਲਰੀ ਹੀ ਗਿਣੀ ਜਾਏਗੀ ਇੱਕ ਤਰ੍ਹਾਂ ਦੀ ਉਹ। Then in case commuted value of pension is received, pension अगर commute करवा लेता है employee और commuted value pension ਜਿਹੜੀ ਉਹਨੂੰ receive ਹੁੰਦੀ ਹੈ ਤਾਂ ਕੀ ਹੋਏਗਾ। if government employee is fully exempted, ਜੇ ਤਾਂ ਉਹ government employee ਹੈ ਉਹਨੂੰ commuted value of pension fully exempt ਹੋਏਗੀ। if other employee who receive gratuity also, other employees ਵਾਸਤੇ ਦੋ ਕੇਸ ਬਣ ਜਾਂਦੇ ਹੈ ਵੀ gratuity ਮਿਲ ਰਹੀ ਹੈ कि नहीं मिल रही। if other employee who receive gratuity, जी उन्हें gratuity मिल रही है, lump sum amount is exempted up to commuted value of 1/3 of pension। हाँ जी, 1/3 of total commuted value of pension। ਇਹਦੇ ਬਾਰੇ डिटेल च गल करांगे। if other employee who does not qualify get gratuity, lump sum amount is exempted up to 1/2 of the commuted value of pension। बेटा एक कम्यूटेड वैल्यू ऑफ पेंशन की जी एग्जम्पशन मिलनी है, ये 100% पेंशन अगर कम्यूट करा ली जाए ਉਹਦਾ ਕੀ ਮਿਲੇਗਾ ਉਹਦੇ ਹਿਸਾਬ ਨਾਲ ਮਿਲਣੀ ਹੈ। ਫੋਰ ਐਗਜ਼ਾਮਪਲ ਪੈਨਸ਼ਨ ਫਿਕਸ ਹੋਈ ਹੈ EMPLOYE ਦੀ 10,000 ਰੁਪਏ, ਠੀਕ ਹੈ। ਉਹ ਕਹਿੰਦਾ ਮੈਂ 60% ਪੈਨਸ਼ਨ ਕਮਿਊਟ ਕਰਵਾਣੀ ਹੈ, ਉਹਨੂੰ 60% ਪੈਨਸ਼ਨ ਕਮਿਊਟ ਕਰਾਉਣ ਵਾਸਤੇ ਜਿਹੜਾ ਹੈ 60,000 ਰੁਪਇਆ ਮਿਲਦਾ ਹੈ। 60% ਪੈਨਸ਼ਨ ਕਮਿਊਟ ਕਰਾਉਣ ਦਾ ਉਹਨੂੰ ਮੰਨ ਲਓ 60,000 ਰੁਪਇਆ ਮਿਲਦਾ ਹੈ ਤੇ ਉਹ ਐਕਚੁਅਲ ਜਿਹੜਾ ਅਗਰ 100% ਪੈਨਸ਼ਨ ਕਮਿਊਟ ਕਰਾਉਂਦਾ ਤਾਂ ਕਿੰਨਾ ਮਿਲਣਾ ਸੀ, 1 ਲੱਖ ਰੁਪਈਆ। ਤਾਂ ਉਹਦੇ ਹਿਸਾਬ ਨਾਲ ਐਗਜ਼ੰਪਸ਼ਨ ਮਿਲਣੀ ਹੈ। ਜੇ ਉਹਨੂੰ ਗ੍ਰੈਚੁਇਟੀ ਮਿਲਦੀ ਹੈ ਤਾਂ 1 ਲੱਖ ਦਾ 1/3 टोटल कम्यूटेड वैल्यू ऑफ पेंशन जो बनेगी ਉਹਦਾ 1/3 यानी 33,000 माफ हो जाएगा 60,000 चो, बाकी टैक्सेबल हो जाएगा। ਤੇ ਜੇ ਉਹਨੂੰ ਗ੍ਰੈਚੁਇਟੀ ਨਹੀਂ ਮਿਲ ਰਹੀ ਤਾਂ ਹਾਫ, ਤਾਂ 50,000 ਮਾਫ ਹੋ ਜਾਏਗਾ, ਬਾਕੀ ਦਾ 10,000 ਟੈਕਸੇਬਲ ਹੋ ਜਾਏਗਾ। ਮਿਲਿਆ ਉਹਨੂੰ 60,000 ਆ ਉਹਦੇ ਚੋਂ ਇਹ ਸਿਸਟਮ। ਬਾਕੀ ਆਪਾਂ ਐਗਜ਼ਾਮਪਲਸ ਦੇ ਵਿੱਚ ਹੋਰ ਜ਼ਿਆਦਾ ਡਿਟੇਲ ਕਰਾਂਗੇ। ਹਾਂਜੀ, फाइंड आउट द taxability of pension in the following cases। Mr. Raja retires from a public limited company on 31st August 2019 and his pension was fixed at 1,500 per month। He does not commute any part of pension। हाँ जी, मिस्टर राजा 31 अगस्त 2019 ਨੂੰ ਰਿਟਾਇਰ ਹੋਇਆ ਤੇ ਉਹਨੂੰ 1500 ਰੁਪਏ ਪਰ ਮੰਥ ਪੈਨਸ਼ਨ ਮਿਲ ਰਹੀ ਹੈ ਤੇ ਉਹਨੇ ਕੁਝ ਵੀ ਕਮਿਊਟ ਨਹੀਂ ਕਰਾਇਆ ਤਾਂ ਇਹ ਫਿਰ ਰੈਗੂਲਰ ਮੰਥਲੀ ਪੈਨਸ਼ਨ ਹੋਗੀ ਜੀ, ਇਹ ਫੁੱਲੀ ਟੈਕਸੇਬਲ ਹੋ ਜਾਏਗੀ। ਥੱਲੇ ਕੋਈ ਕੁਐਸਚਨ ਦੇ ਲਾਸਟ ਤੇ ਲਿਖਿਆ ਹੈ in all cases pension become payable on first day of each month। ਤਾਂ 31 ਅਗਸਤ ਨੂੰ ਰਿਟਾਇਰ ਹੋਇਆ ਤਾਂ ਪਹਿਲੀ ਪੈਨਸ਼ਨ ਉਹਨੂੰ 1 ਅਕਤੂਬਰ ਨੂੰ ਮਿਲੇਗੀ ਬੇਟਾ। ਸਤੰਬਰ ਮਹੀਨੇ ਦੀ ਪੈਨਸ਼ਨ 1 ਅਕਤੂਬਰ ਨੂੰ, 1 ਅਕਤੂਬਰ, 1 ਨਵੰਬਰ, 1 ਦਸੰਬਰ, 1 ਜਨਵਰੀ, 1 ਫਰਵਰੀ, 1 ਮਾਰਚ। ਅਪ੍ਰੈਲ ਜਿਹੜਾ ਹੈ ਅਗਲੇ ਸਾਲ ਚ ਚਲੇ ਜਾਣਾ, ਮਾਰਚ ਵਾਲੀ ਪੈਨਸ਼ਨ ਅਗਲੇ ਸਾਲ ਚਲੇ ਜਾਣਾ। ਤਾਂ 6 ਮਹੀਨੇ ਦੀ ਉਹਦੀ ਪੈਨਸ਼ਨ ਜਿਹੜੀ ਹੈ 1500 ਗੁਣਾ 6, 9,000 ਰੁਪਏ ਉਹਦੀ ਪੈਨਸ਼ਨ ਟੈਕਸੇਬਲ ਆ ਗਈ। 9,000 ਰੁਪਏ ਉਹਦੀ ਪੈਨਸ਼ਨ ਜਿਹੜੀ ਹੈ ਉਹ ਟੈਕਸੇਬਲ ਆ ਗਈ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸੈਕੰਡ ਕੇਸ ਹੈ ਮਿਸਟਰ ਨਰੇਸ਼ ਰਿਟਾਇਰਸ ਫਰੋਮ, ਬੇਟਾ ਇੱਕ ਮਿੰਟ ਬਸ, ਮਿਸਟਰ ਨਰੇਸ਼ ਰਿਟਾਇਰਸ ਫਰੋਮ government service on 30th September 2019 and her pension was
Mrs. Naresh retired from government services on 30th September 19 and her pension was fixed at 1000 per month. She does not commute any portion of pension. तो ये भी सेम गल होगी जी, ये भी मंथली पेंशन है ਤੇ fully taxable हो जाएगी। ਕਿਹੜੀ ਤਰੀਕ ਨੂੰ ਰਿਟਾਇਰ ਹੋਈ ਆ ਉਹਦੇ ਹਿਸਾਬ ਨਾਲ ਉਹਦੇ ਮਹੀਨੇ ਗਿਣ ਲਾਂਗੇ, ਠੀਕ ਹੈ ਜੀ। ਤਾਂ ਉਹ 1000 into number of month ਤੇ 5 month ਆਏ ਹੈ ਕਿਉਂਕਿ 30 ਸਤੰਬਰ ਨੂੰ ਰਿਟਾਇਰ ਹੋਈ ਹੈ ਤਾਂ ਅਕਤੂਬਰ ਨਵੰਬਰ ਦਸੰਬਰ ਜਨਵਰੀ ਫਰਵਰੀ ਮਾਰਚ, ਪਰ ਮਾਰਚ ਦੀ ਪੈਨਸ਼ਨ 1 ਅਪ੍ਰੈਲ ਨੂੰ ਮਿਲਣ ਕਰਕੇ ਮਾਰਚ ਦਾ ਮਹੀਨਾ ਜਿਹੜਾ ਹੈ ਉਹ ਅਗਲੇ ਸਾਲ ਚ ਚਲੇ ਜਾਣਾ ਹੈ। ਇਹ ਕੇਸ ਆਪਾਂ ਪਹਿਲੇ ਵੀ ਕਾਫੀ ਡਿਸਕਸ ਕੀਤਾ ਹੋਇਆ ਹੈ। then Mr. Hari retires from Punjab government service on 30th June 2019 and his pension was fixed at 1200 per month. He gets 1/3 of his pension commuted for 60,000. 1/3 pension उन्हें commute करवाई है 60,000 रुपए। हाँ जी, 1200 पर मंथ पेंशन फिक्स हुई है, 1/3 कम्यूट कराई यानी 400 रुपया कम्यूट करा लिया, 800 रुपया तो मंथली मिलेगा जी उन्होंने, 800 रुपया मंथली टैक्सेबल हो जाएगा। कम्यूटेड पोर्शन ऑफ पेंशन रिसीव्ड बाय मिस्टर हरी 60,000 इज फुली एग्जम्प्टेड क्योंकि गवर्नमेंट एम्प्लॉई है, फुली एग्जम्प्ट हो गया। अनकम्प्यूटेड पोर्शन ऑफ पेंशन 800 पर मंथ जेड़ा है विल बी फुली टैक्सेबल। मिस्टर हरी इज Hari's uncommuted portion of pension shall be 800 into 8 months। हाँ जी, 30 जून ਨੂੰ ਰਿਟਾਇਰ ਹੋਇਆ ਤਾਂ ਪਹਿਲੀ ਪੈਨਸ਼ਨ 1 ਜੁਲਾਈ ਨੂੰ ਮਿਲਣੀ ਹੈ, 1 ਜੁਲਾਈ, 1 ਅਗਸਤ, 1 ਸਤੰਬਰ, 1 ਅਕਤੂਬਰ, 1 ਨਵੰਬਰ, 1 ਦਸੰਬਰ, 1 ਜਨਵਰੀ, 1 ਫਰਵਰੀ ਤੇ 1 ਮਾਰਚ। ਉਹਦੇ ਹਿਸਾਬ ਨਾਲ 8 ਮਹੀਨੇ ਬਣ ਗਏ, 8 ਮਹੀਨਿਆਂ ਦੀ ਉਹਦੀ ਪੈਨਸ਼ਨ ਟੈਕਸੇਬਲ ਹੋਗੀ। ਮੰਥਲੀ ਪੈਨਸ਼ਨ ਟੈਕਸੇਬਲ ਹੈ ਬੇਟਾ। Mr. Reddy retires from private services on 30th April 2019 and his pension has been fixed at 1500 per month. He gets 1/2 of his pension commuted and gets 80,000। अद्धी पेंशन कम्यूट कराई है जी ते उन्होंने 80,000 रुपए मिले है, जे पूरी कम्यूट करांदा 1,60,000 मिलने सी। He also received 75,000 as gratuity उन्होंने मिल रही है। He gets his pension commuted during January 2020। जनवरी जाके रिटायर होया वो अप्रैल 2019 पर पेंशन उन्हें जनवरी जाके कम्यूट कराई है, जनवरी तो पहले नहीं कम्यूट कराई सी, ठीक है जी। तो जनवरी वाली पेंशन उन्होंने मिलेगी, जनवरी ते फरवरी की पेंशन हाफ मिलेगी 1500 की बजाय 750, उस तो पहले 1500 पर मंथ पेंशन पूरी टैक्सेबल होगी। तो जिहड़ा इन्हें 80,000 हाफ पेंशन कम्यूट कराई है, अगर फुल कम्यूट करांदा तां 1,60,000 ओदा 1/3, 1,60,000 ਦਾ 1/3 माफ होना सी। 1/3 क्यों? क्योंकि उन्होंने ग्रेचुटी मिल रही है, जे ग्रेचुटी ना मिलती होंदी तो हाफ माफ होना सी। तो 160 ਦਾ 1/3 53,333 ਇਹ ਮਾਫ ਹੋ ਗਿਆ। 80 ਉਹਨੂੰ ਮਿਲਿਆ ਸੀ, 80 ਚੋਂ 53,333 ਮਾਫ and 26,667 is the taxable amount of commuted pension and uncommuted portion of pension 1,500 half to 752 months ਦਾ fully taxable है। ਤੇ ਉਸ ਤੋਂ ਪਿਛਲੇ 8 ਮਹੀਨੇ ਦਾ 1500 ਜਿਹੜਾ ਹੈ ਉਹ ਵੀ fully taxable ਹੈ, ਠੀਕ ਹੈ ਜੀ। ਇਹ ਪੈਨਸ਼ਨ ਦਾ ਪੁਆਇੰਟ ਸੀਗਾ। ਇੱਕ ਐਗਜ਼ਾਮਪਲ ਹੋਰ ਕਰਾਂਗੇ ਆਪਾਂ। Mr. Varinder Singh retired on 30th December 2019 and his pension was fixed at 3,600 per month। He got 3/4 of pension commuted for which he received 180। 3/4 पेंशन ਲਈ 180 है जी। फुल पेंशन ਲਈ 180 ਦਾ 4/3 हो जाएगा, 240 आ गया। His employer a limited company find out the taxable amount of commuted pension if he gets gratuity, if he does not get gratuity। हाँ जी, जे gratuity उन्होंने मिल रही है तो टोटल commuted value ਦਾ 1/3 माफ होएगा, तो जे gratuity नहीं मिल रही तो टोटल commuted pension ਦਾ 1/2 माफ होएगा, ठीक है जी। मिलिया उन्होंने 180 है, 180 मिलिया उन्होंने 3/4 वास्ते, तो टोटल ਦਾ बन गया 240। 3/4 ਦਾ 180 ਦਾ 4/3 करांगे 240 आ गया। ਇਹਦੇ ਚੋਂ 1/3 ਮਾਫ, 240 ਦਾ 1/3 80,000 ਮਾਫ ਹੋ ਗਿਆ। ਮਿਲਿਆ ਸੀ 180, 180 ਚੋਂ 80 ਮਾਫ ਹੋ ਗਿਆ ਤਾਂ 1 ਲੱਖ ਟੈਕਸੇਬਲ ਹੋ ਗਿਆ। ਸੈਕੰਡ ਕੇਸ ਜਦੋਂ ਗ੍ਰੈਚੁਇਟੀ ਨਹੀਂ ਮਿਲ ਰਹੀ ਤਾਂ 180 ਦਾ ਹਾਫ ਮਾਫ ਹੋਏ ਨੇ, ਸੌਰੀ 180 ਨੂੰ ਕੰਪਿਊਟ ਕਰਕੇ 240 ਦਾ ਹਾਫ 120 ਮਾਫ ਹੋਏ ਨੇ, 60 ਟੈਕਸੇਬਲ ਹੋਏ ਨੇ। ਔਰ ਜਿਹੜੀ ਇਹ ਮੰਥਲੀ ਪੈਨਸ਼ਨ ਉਹਨੇ 3/4 ਕੰਪਿਊਟ ਕਰਾਈ ਹੈ 3600, ਠੀਕ ਹੈ ਜੀ। ਤਾਂ 3600 ਦਾ 3/4 ਕੰਪਿਊਟ ਹੋ ਗਿਆ ਤਾਂ 900 ਪਰ ਮੰਥ ਜਿਹੜਾ ਹੈ ਉਹਦਾ ਟੈਕਸੇਬਲ ਬਣੇਗਾ। ਯੈਸ ਬੇਟਾ। ਇਸ ਤੋਂ ਅਗਲਾ ਪੁਆਇੰਟ ਹੈ ਸਾਡੇ ਕੋਲ ਲੀਵ ਇਨਕੈਸ਼ਮੈਂਟ। ਲੀਵ ਇਨਕੈਸ਼ਮੈਂਟ ਦਾ ਮਤਲਬ ਕੀ ਹੈ? ਇੰਪਲੋਈਜ਼ ਨੂੰ अर्नड ਲੀਵਸ ਮਿਲਦੀਆਂ ਨੇ, ठीक है। अर्नड लीव्स ਨੂੰ ਜਦੋਂ ਉਹ ਚਾਹੇ ਆਪਣੀ ਲੋੜ ਅਨੁਸਾਰ ਉਹਨਾਂ ਲੀਵਸ ਦੇ ਬਦਲੇ, ਅਗਰ ਉਹਨੇ ਛੁੱਟੀਆਂ ਨਹੀਂ ਕੀਤੀਆਂ, ਛੁੱਟੀਆਂ ਉਹਦੀਆਂ ਜਮਾ ਹੋਈਆਂ ਹੋਈਆਂ, ਉਹਨਾਂ ਛੁੱਟੀਆਂ ਦੇ ਬਦਲੇ ਉਹ ਪੈਸੇ ਲੈ ਸਕਦਾ ਹੈ।
दैट इज कॉल्ड लीव इनकैशमेंट। लीव इनकैशमेंट अगर ड्यूरिंग सर्विस उन्हें की है, कदे भी ड्यूरिंग सर्विस जो भी की, फुली टैक्सेबल होएगी। पर जे सर्विस खत्म होने तो बाद रिटायरमेंट के टाइम ते जमा हुई लीव के पैसे उन्होंने मिले है, जिन्ने भी महीनों की उन्हें जमा की अपनी छुट्टी जी बचाई है, काम से जाता रहा, छुट्टी नहीं ली, तो उस छुट्टी के जो भी पैसे उन्होंने मिलणगे वो टैक्सेबिलिटी उसकी कैलकुलेट करनी है। तो पहला, इफ रिसीव्ड एट द टाइम ऑफ रिटायरमेंट बाय गवर्नमेंट एम्प्लॉय इट इज फुली एग्जम्प्टेड, इफ रिसीव्ड ड्यूरिंग सर्विस फुली टैक्सेबल फॉर ऑल एम्प्लॉयज। हाँ जी, गवर्नमेंट एम्प्लॉय को रिटायरमेंट के टाइम पर मिले सारा एग्जम्प्ट है, वैसे किसी भी एम्प्लॉय ने ड्यूरिंग सर्विस लिया हो तो फुली टैक्सेबल है। तीजा केस है, इफ रिसीव्ड बाय अ प्राइवेट सेक्टर एम्प्लॉय एट द टाइम ऑफ रिटायरमेंट एग्जम्प्टेड अप टू 3 लाख एवरेज सैलरी इंटू 10 मंथ्स, यानी 10 मंथ्स एवरेज सैलरी। थर्ड है एक्चुअल अमाउंट, तीन जो घट होएगा, नोटिफाइड लिमिट है 3 लाख की, 10 मंथ्स एवरेज सैलरी एंड एक्चुअल अमाउंट रिसीव। और चौथा है एवरेज सैलरी ऑफ नंबर, 4 पॉइंट है बेटा, एवरेज सैलरी ऑफ नंबर ऑफ मंथ्स लीव ड्यू, जिन्नी ਉਹਦੇ हिस्से च लीव स्टैंड कर रही है वो एवरेज सैलरी। चारा जो घट होएगा वो माफ होएगा। लीव ड्यू इज टू बी कैलकुलेटेड टेकिंग 1 मंथ लीव और एक्चुअल एंटाइटलमेंट विच एवरेज लेस। एवरेज सैलरी का मीनिंग की है, सैलरी सेम आरपीएफ वाली, आरपीएफ वाली की है जी बेसिक प्लस डीए इंटरेस्ट प्लस कमीशन ऑन टर्नओवर अचीव्ड बाय एम्प्लॉय हिमसेल्फ, ठीक है जी। और पिछले 10 महीनों की लेनी है फॉर 10 मंथ्स इंक्लूडिंग द मंथ रिटायरमेंट वाला मंथ है लेना। ग्रेचुटी वाले च असीं कीता सीगा भी रिटायरमेंट का मंथ छड्ड के उस तो पिछले 10 महीने लेने हैं, जबकि ये रिटायरमेंट वाला मंथ भी विच लेना। तो 10 महीनों की एवरेज सैलरी लेनी है जी, 10 महीने की सैलरी जोड़ के उन्होंने 10 नाल डिवाइड कर देंगे, एवरेज आ जाएगी। हाँ जी, एक मिनट बेटा। Mr. P retires on 1st July 2019 after 18 years of service and receives 75,000 as amount of leave encashment for 15 months. His employer allows 45 days leave for every year of service. हाँ जी, उन्हें 18 साल की सर्विस की है, एक साल की सर्विस वास्ते 45 दिन यानी 1.5 महीना अलाउड है, ठीक है जी। इंप्लॉयर ਉਹਦਾ दे रहा ਉਹਨੂੰ लीव इनकैशमेंट, पर उन्होंने कट्ठे पैसे ਜਿਹੜੇ ਆ 15 ਮਹੀਨੇ ਦੇ ਹੀ ਮਿਲੇ ਹੈ। इसका मतलब बाकी छुट्टी वो ले चुका है। ड्यूरिंग द सर्विस ही हैज ऑलरेडी इनकैश लीव फॉर 12 मंथ्स, 12 महीने की लीव इनकैश करा चुका है। कैलकुलेट द टैक्सेबल अमाउंट ऑफ लीव इनकैशमेंट इन हिज सैलरी इफ हिज सैलरी फ्रॉम 1st जुलाई 18 टू 1st जुलाई 19 वाज 5,000 पर मंथ। हाँ जी, पहले तो आप देखिए 45 दिन यानी 1.5 महीना, एक साल वास्ते 18 साल की सर्विस वास्ते 27 महीने बन जाते जी। 27 ਮਹੀਨਿਆਂ ਚੋਂ 12 ਮਹੀਨੇ ਉਹ ਕੈਸ਼ ਕਰਾ ਚੁੱਕਾ ਹੈ, ਤਾਂ 15 ਮਹੀਨੇ ਜਿਹੜੀ ਹੈ ਉਹਦੇ ਖਾਤੇ 'ਚ ਬਚਦੇ ਸੀਗੇ, 15 ਮਹੀਨੇ ਦੀ ਉਹਨੂੰ ਲੀਵ ਇਨਕੈਸ਼ਮੈਂਟ ਮਿਲ ਗਈ। ਪਰ ਲੀਗਲ ਰੂਲ ਕਹਿੰਦਾ 1 ਸਾਲ 1 ਮਹੀਨੇ ਦਾ ਗਿਣਨਾ ਹੈ, 1 ਸਾਲ ਵਾਸਤੇ 1 ਮਹੀਨਾ ਅਲਾਉਡ ਹੈ। ਤਾਂ 18 ਸਾਲ ਦੀ ਸਰਵਿਸ ਲਈ 18 ਮਹੀਨੇ ਅਲਾਉਡ ਸੀਗੇ, 12 ਮਹੀਨੇ ਉਹ ਕੈਸ਼ ਕਰਾ ਚੁੱਕਾ ਯਾਨੀ ਡਿਊਰਿੰਗ ਸਰਵਿਸ ਵੀ ਲੈ ਚੁੱਕਾ ਹੈ। ਤਾਂ ਐਟ ਪ੍ਰੈਜ਼ੈਂਟ ਉਹਦੇ ਖਾਤੇ 'ਚ 6 ਮਹੀਨੇ ਦੀ ਲੀਵ ਇਨਕੈਸ਼ਮੈਂਟ ਜਿਹੜੀ ਸਟੈਂਡ ਕਰਦੀ ਹੈ। ਜਿਹੜਾ ਚੌਥਾ ਪੁਆਇੰਟ ਹੈ ਨਾ, ਲੀਵ ਸਟੈਂਡਿੰਗ ਹਿਸ ਐਟ ਹਿਸ ਕ੍ਰੈਡਿਟ डी एडजस्टमेंट। एक मिनट बेटा, डी पॉइंट एवरेज सैलरी इनटू नंबर ऑफ मंथ लीव ड्यू, ਜਿਹੜੀ ਉਹਦੀ ਲੀਵ ਡਿਊ ਹੈ ਉਸ ਦੇ ਹਿਸਾਬ ਨਾਲ ਇਹ ਚੌਥੇ ਪੁਆਇੰਟ 'ਚ ਇਹ ਆ ਜਾਂਦਾ। ਤਾਂ ਇਹਨਾਂ ਚਾਰਾਂ ਚੋਂ ਜਿਹੜਾ ਘੱਟ ਹੋਏਗਾ ਉਹ ਮਾਫ ਹੋਏਗਾ। ਨੋਟੀਫਾਈਡ ਲਿਮਿਟ ਹੈਗੀ ਸਾਡੀ 3 ਲੱਖ, ਠੀਕ ਹੈ ਜੀ। ਐਕਚੁਅਲ ਉਹਨੂੰ ਮਿਲਿਆ 75,000। 10 ਮੰਥਸ ਐਵਰੇਜ ਸੈਲਰੀ 5,000 ਰੁਪਇਆ ਪਰ ਮੰਥ, 5,000 ਪਰ ਮੰਥ ਕਹੀ ਹੈ ਜੀ, 5,000 ਗੁਣਾ 10 ਮਹੀਨਿਆਂ ਦੀ ਐਵਰੇਜ ਸੈਲਰੀ 50,000 ਹੋ ਗਈ। कैश इक्विवेलेंट टू लीव ड्यू एट द टाइम ऑफ रिटायरमेंट, रिटायरमेंट के टाइम पे 1 साल के 1 महीने के हिसाब से खाते 6 महीने स्टैंड करते हैं। 6 महीने की आ गई 6 गुना 5,000 30,000 रुपए एंड एक्चुअल अमाउंट रिसीव्ड, एक्चुअल उन्होंने मिले 75,000। तो चारां चो घट जिहड़ा है वो है 30,000। 30,000 रुपया माफ हो गया 75,000 चो, बाकी 45,000 टैक्सेबल लीव इनकैशमेंट आ गई ओदी, ठीक है जी। इसी तरह अगला क्वेश्चन है, Mr. K. Mohanty retired on 30th February 2020 and received 180 as leave encashment for 15 months. He served for 20 years and his employer allowed him 45 days leave for every 1 year of service. His salary for the calendar year 2019 was 11,000 per month and it was raised to 12,500 per month with effect from 1st January 20. His salary was due on last day of the month. कंप्यूट टैक्सेबल अमाउंट ऑफ लीव इनकैशमेंट। पहले तो बेटा देखो जी 13/2/2020 ਨੂੰ ਰਿਟਾਇਰ ਹੋਇਆ
1,80,000 ਲੀਵ ਇਨਕੈਸ਼ਮੈਂਟ ਮਿਲੀ ਹੈ ਉਹਨੂੰ 15 ਮਹੀਨਿਆਂ ਦੀ, ਠੀਕ ਹੈ। ਤੇ ਉਹਨੇ ਸਰਵਿਸ ਕੀਤੀ ਹੈ 20 ਸਾਲ ਤੇ 1 ਸਾਲ ਲਈ 45 ਦਿਨ। ਦਿਨ ਕਿੰਨੇ ਬੰਦੇ ਆ ਜੀ? 45 ਦਿਨਾਂ ਦੇ ਹਿਸਾਬ ਨਾਲ ਦੇਖ ਲਈਏ ਤਾਂ 45 ਗੁਣਾ 20, 900 ਦਿਨ ਬੰਦੇ ਆ ਉਹਦੇ, ਠੀਕ ਹੈ ਜੀ। ਉਹ ਕੈਸ਼ ਕਿੰਨੇ ਉਹਨੂੰ ਕਿੰਨੇ ਕੈਸ਼ ਕਰਾ ਚੁੱਕਾ ਹੈ ਡਿਊਰਿੰਗ ਸਰਵਿਸ? ਲੀਵ ਇਨਕੈਸ਼ਮੈਂਟ ਜਿਹੜੀ ਉਹਨੂੰ ਹੁਣ ਮਿਲੀ ਹੈ 15 ਗੁਣਾ 30, 450 ਦਿਨ ਦੀ ਮਿਲੀ ਹੈ, ਤਾਂ ਬਾਕੀ 450 ਦਿਨ ਦੀ ਉਹਨੇ ਲੀਵ ਅਵੇਲ ਕਰਾਈ ਹੋਈ ਹੈ, ਯਾਨੀ ਕੈਸ਼ ਕਰਾ ਚੁੱਕਾ ਹੋਇਆ। ਟੋਟਲ ਉਹਦੇ 45 ਦਿਨ ਦੇ ਹਿਸਾਬ ਨਾਲ 900 ਦਿਨ ਦੀ ਬਣਦੀ ਸੀ, 450 ਦਿਨ ਦੀ ਹੁਣ ਰਿਟਾਇਰਮੈਂਟ ਦੇ ਟਾਈਮ ਤੇ ਮਿਲ ਰਹੀ ਹੈ, ਤਾਂ ਬਾਕੀ 450 ਦਿਨ ਦੀ ਉਹ ਇੱਕ ਹਿਸਾਬ ਨਾਲ ਕੈਸ਼ ਕਰਾ ਚੁੱਕਾ ਹੈ। ਪਰ ਲੀਗਲ ਰੂਲ ਦੇ ਹਿਸਾਬ ਨਾਲ ਸਾਨੂੰ 1 ਸਾਲ ਦੇ 30 ਦਿਨ ਅਲਾਉਡ ਹੈ, ਤਾਂ 20 ਸਾਲ ਵਾਸਤੇ 600 ਦਿਨ ਅਲਾਉਡ ਹੈ। 600 ਚੋਂ 450 ਦੀ ਲੈ ਚੁੱਕਾ ਹੈ, ਤਾਂ ਉਹਦੇ ਖਾਤੇ 'ਚ 150 ਦਿਨ ਸਟੈਂਡ ਕਰ ਰਿਹਾ, 150 ਦਿਨ ਉਹਦੇ ਖਾਤੇ ਸਟੈਂਡ ਕਰ ਰਿਹਾ। ਸੈਲਰੀ ਫॉर ਲਾਸਟ 10 ਮੰਥਸ, ਸੈਲਰੀ ਲਈ ਉਹਨਾਂ ਨੇ 14/4/19 ਤੋਂ ਲਾਸਟ 10 ਮੰਥ ਰਿਟਾਇਰਮੈਂਟ ਡੇਟ ਤੋਂ ਲੈ ਕੇ ਚੱਲਣਾ ਜੀ 13/2/20 ਤੱਕ, 14/4/19 ਤੋਂ 13/2/20 ਤੱਕ ਵਿਚਕਾਰ ਉਹਦੀ ਸੈਲਰੀ ਚੇਂਜ ਵੀ ਹੋ ਰਹੀ ਹੈ। 14/4/19 ਤੋਂ ਲੈ ਕੇ 13/12/19 ਤੱਕ ਉਹਦੀ ਸੈਲਰੀ ਜਿਹੜੀ ਆ 8 ਮਹੀਨੇ 17 ਦਿਨ ਦੀ, ਜਿਹੜੀ ਕਿ 11,000 ਰੁਪਏ ਪਰ ਮੰਥ ਸੀ। ਉਸ ਤੋਂ ਬਾਅਦ ਉਹਦੀ ਸੈਲਰੀ ਵੱਧ ਕੇ ਜਿਹੜੀ ਹੈ 12,500 ਹੋ ਗਈ ਸੀ। 12,500 ਸੈਲਰੀ ਜਿਹੜੀ ਹੈ 1/1/20 ਤੋਂ ਲੈ ਕੇ 13/2/20 ਤੱਕ, ਇਹ ਸੈਲਰੀ ਡੇਜ਼ ਦੇ ਹਿਸਾਬ ਨਾਲ ਕੱਢ ਲਈ, ਮਹੀਨੇ ਤੇ ਦਿਨ ਦੇ ਹਿਸਾਬ ਨਾਲ, ਤਾਂ ਇਹ 10 ਮਹੀਨੇ ਦੀ ਸੈਲਰੀ ਨੂੰ 10 ਨਾਲ ਡਿਵਾਈਡ ਕਰਕੇ ਐਵਰੇਜ ਸੈਲਰੀ ਆ ਗਈ ਸਾਡੇ ਕੋਲ 11,215 ਰੁਪਏ। ਹੁਣ ਅਸੀਂ ਐਗਜ਼ੈਂਪਸ਼ਨ ਕੱਢਾਂਗੇ। ਨੋਟੀਫਾਈਡ ਲਿਮਿਟ ਹੈ 3 ਲੱਖ, 10 ਮਹੀਨਿਆਂ ਦੀ ਸੈਲਰੀ ਬਣਦੀ ਹੈ 11,215 ਗੁਣਾ 10, ਔਰ ਐਕਚੁਅਲ ਮਿਲਿਆ ਹੈ ਉਹਨੂੰ 1,80,000, ਤੇ ਜਿਹੜੇ ਉਹਦੇ ਖਾਤੇ 'ਚ ਦਿਨ ਸਟੈਂਡ ਕਰਦੇ ਆ ਉਹ ਹੈ 150 ਦਿਨ, ਠੀਕ ਹੈ ਜੀ। 1 ਮਹੀਨੇ ਦਾ 11,215 ਹੈ, 150 ਦਿਨ ਯਾਨੀ 5 ਮਹੀਨੇ, 11,215 ਗੁਣਾ 5 ਹੋ ਗਿਆ ਜੀ 150/30 ਕਰਕੇ 56,075 ਆ ਗਿਆ। 1,23,925 ਟੈਕਸੇਬਲ ਅਮਾਉਂਟ ਆ ਗਈ, ਕਿਉਂਕਿ ਉਹਨੂੰ ਮਿਲਿਆ ਹੈ 180 ਔਰ ਐਗਜ਼ੈਂਪਸ਼ਨ ਬੰਦੀ ਉਹਦੀ 56,075, ਠੀਕ ਹੈ ਜੀ। ਦਿਸ ਇਜ਼ all about leave encashment। then ਅੱਗੋਂ ਹੈ ਸਾਡੇ ਕੋਲ retrenchment compensation। ਅਗਰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹ compensation ਕਿੰਨਾ ਮਿਲੇਗਾ ਜੀ? received by workers covered under Industrial Dispute Act for only for those workers who fulfill the condition given under Factories Act as for payment of gratuity act, least of the following is exempted। हाँ जी, वर्कमैन को अगर compensation मिले नौकरी तो कटे जानता तो compensation exempt होएगा। नीचे ਜਿਹੜੀਆਂ 3 ਅਮਾਉਂਟਸ ਲਿਖੀਆਂ ਇੰਨਾ ਤੱਕ। ਨੋਟੀਫਾਈਡ ਲਿਮਿਟ ਹੈ 5 ਲੱਖ, ਐਕਚੁਅਲ ਅਮਾਉਂਟ ਰਿਸੀਵ ਜਿੰਨੀ ਉਹਨੂੰ ਮਿਲੀ ਹੈ, ਤਾਂ ਐਕਚੁਅਲ ਅਮਾਉਂਟ ਪੇਏਬਲ ਐਜ਼ ਪਰ ਇੰਡਸਟਰੀਅਲ ਡਿਸਪਿਊਟ ਐਕਟ। ਇੰਡਸਟਰੀਅਲ ਡਿਸਪਿਊਟ ਐਕਟ ਦੇ ਅਕੋਰਡਿੰਗ ਜੋ ਬੰਦਾ, ਤਿੰਨਾਂ ਚ ਜੋ ਘੱਟ ਹੋਏਗਾ ਬੇਟਾ ਉਹ ਐਗਜ਼ੈਂਪਟ ਹੋ ਜਾਏਗਾ। ਤੁਹਾਡੇ ਕੋਲ ਐਗਜ਼ੈਂਪਟਡ ਇਨਕਮਸ ਵਾਲਾ ਜੇ ਕੁਐਸਚਨ ਆਉਂਦਾ ਤਾਂ ਉਹਦੇ ਚ ਤੁਸੀਂ ਇਸ ਨੂੰ ਇੱਕ ਐਗਜ਼ੈਂਪਟਡ ਇਨਕਮ ਦੇ ਤੌਰ ਤੇ ਲਿਖ ਸਕਦੇ ਹੋ। ਪ੍ਰੋਫਿਟਸ ਇਨ ਲਿeu ਆਫ ਸੈਲਰੀ ਦੇ ਵਿੱਚ ਤੁਹਾਡੇ ਕੋਲ ਜ਼ਿਆਦਾਤਰ ਪੁਆਇੰਟ ਬਣ ਜਾਂਦੇ ਆ ਐਗਜ਼ੈਂਪਟਡ ਇਨਕਮ ਚ ਲਿਖਣ ਵਾਲੇ। ਇਸ ਤੋਂ ਬਾਅਦ ਹੈ voluntary retirement compensation, section 10(10)(c). if given to employee of public sector undertaking under a scheme approved by CIT, it is fully exempted। ਜੇ public sector companies ਦੇ central government ਦੀ scheme ਦੇ ਅੰਡਰ ਜੇ ਦਿੱਤਾ ਜਾਂਦਾ ਹੈ retirement employees ਨੂੰ, voluntary retirement of scheme offer ਕੀਤੀ ਜਾਂਦੀ ਹੈ, ਤਾਂ ਉਹ fully exempted ਹੈ। for the other employees, ਦੂਜੇ employees ਵਾਸਤੇ it shall be exempted up to least of the following: 5 ਲੱਖ, 3 month salary for every 1 year of service। 1 ਸਾਲ ਦੀ ਸਰਵਿਸ ਵਾਸਤੇ 3 ਮਹੀਨਿਆਂ ਦੀ ਸੈਲਰੀ। ਮੰਨ ਲਓ ਉਹਨੇ 25 ਸਾਲ ਸਰਵਿਸ ਕੀਤੀ ਹੈ ਤਾਂ 75 ਮਹੀਨਿਆਂ ਦੀ ਸੈਲਰੀ ਇੱਥੇ ਆਏਗੀ। ਤੀਸਰਾ ਹੈ ਐਕਚੁਅਲ ਅਮਾਉਂਟ ਰਿਸੀਵ, ਔਰ ਚੌਥਾ ਹੈ ਸੈਲਰੀ ਇਨਟੂ ਨੰਬਰ ਆਫ ਮੰਥ ਸਰਵਿਸ ਇਜ਼ ਡਿਊ ਬਿਫੋਰ ਐਕਚੁਅਲ ਰਿਟਾਇਰਮੈਂਟ। ਜਿੰਨੇ ਮਹੀਨਿਆਂ ਦੀ ਉਹਦੀ ਸਰਵਿਸ ਰਹਿੰਦੀ ਹੈ, ਮੰਨ ਲਓ ਉਹ 56 ਸਾਲ ਦਾ ਹੋ ਕੇ ਰਿਟਾਇਰ ਹੁੰਦਾ ਤਾਂ 2 ਸਾਲ ਉਹਦੇ ਪਏ ਹੈ, 24 ਮਹੀਨੇ ਪਏ ਹੈ, ਤਾਂ 24 ਮਹੀਨਿਆਂ ਦੀ ਸੈਲਰੀ ਇੱਥੇ, ਠੀਕ ਹੈ ਜੀ। 3 month salary for every completed year of service, ਉਹਦੇ ਚ ਹੈ ਵੀ 25 ਸਾਲ ਨੌਕਰੀ ਕੀਤੀ, 3 ਮਹੀਨੇ 75, ਤਾਂ 5 ਲੱਖ 75 ਮਹੀਨੇ ਦੀ ਸੈਲਰੀ, ਐਕਚੁਅਲ ਅਮਾਉਂਟ ਔਰ 24 ਮਹੀਨਿਆਂ ਦੀ ਸੈਲਰੀ ਇਸ ਕੇਸ ਚ ਬਣ ਜਾਊਗਾ ਜੀ, ਜਿਹੜੀ ਮੈਂ ਐਗਜ਼ਾਮਪਲ ਲਈ ਹੈ ਉਹਦੇ ਹਿਸਾਬ ਨਾਲ। ਸੈਲਰੀ ਦਾ ਮੀਨਿੰਗ ਉਹੀ ਜੋ ਆਰਪੀਐਫ ਵਾਸਤੇ ਹੈ, ਯਾਨੀ ਬੇਸਿਕ ਸੈਲਰੀ ਪਲੱਸ ਡੀਏ ਪਲੱਸ ਕਮਿਸ਼ਨ ਔਨ ਟਰਨਓਵਰ ਅਚੀਵਡ ਬਾਈ EMPLOYEE ਹਿਮਸੈਲਫ। ਇਹ ਜਿਹੜਾ ਮੀਨਿੰਗ ਲੈ ਕੇ ਇਹਦੀ ਕੈਲਕੂਲੇਸ਼ਨ ਹੋਏਗੀ। ਇਸ ਤੋਂ ਬਾਅਦ ਹੈ ਸਾਡੇ ਕੋਲ ਬਾਕੀ ਦੇ ਛੋਟੇ ਛੋਟੇ ਪੁਆਇੰਟਸ। any tax or perks paid by employer, ਜੇ employer ਤੁਹਾਡੇ ਕੋਈ taxes ਜਾਂ perks pay ਕਰਦਾ ਹੈ ਤਾਂ ਉਹ ਵੀ taxable ਹੋਣਗੇ। any payment received out of SPF, any payment received out of SPF is fully exempted। 10(11) SPF ਹੈ statutory provident fund, ਇਸੇ ਤਰ੍ਹਾਂ RPF recognized provident fund, ਇਹਦੇ ਚੋਂ ਵੀ ਜੇ 5 ਸਾਲ ਦੀ ਸਰਵਿਸ ਤੋਂ ਬਾਅਦ ਪੇਮੈਂਟ ਲਈ ਜਾਂਦੀ ਹੈ ਤਾਂ ਉਹ ਵੀ fully exempt ਹੈ।
any payment received out of an approved superannuation fund, ਇਸੇ ਤਰ੍ਹਾਂ ਜੇ ਗਵਰਨਮੈਂਟ ਵੱਲੋਂ ਕੋਈ approved superannuation fund ਹੈ ਉਹਦੇ ਚੋਂ ਵੀ ਕੁਝ ਮਿਲਦਾ ਹੈ ਲਿਆ ਜਾਂਦਾ ਹੈ ਰਿਟਾਇਰਮੈਂਟ ਦੇ ਟਾਈਮ ਤੇ ਤਾਂ ਉਹ ਵੀ fully exempt ਹੈ। ਹਾਊਸ ਰੈਂਟ ਅਲਾਊਂਸ received is exempted up to prescribed limit, ਇਹ ਆਪਾਂ section 10(13)A ਪੜ੍ਹ ਚੁੱਕੇ ਹਾਂ, ਉਹਦੇ ਵਿੱਚ ਹੈ any other allowances it is exempted up to amount notified in section 10(14). 10(14)(1) ਤੇ 10(14)(2) ਦੀਆਂ ਡਿਡਕਸ਼ਨਸ ਵੀ ਅਸੀਂ ਪੜ੍ਹ ਚੁੱਕੇ ਹਾਂ, ਉਹਦੇ ਹਿਸਾਬ ਨਾਲ ਜਿਹੜੀ ਹੈ ਇਹ ਐਗਜ਼ਾਮਸ਼ਨ ਬਣੇਗੀ। ਇਸ ਦੇ ਨਾਲ ਹੀ ਪ੍ਰੋਫਿਟ ਇਨ ਲਿeu ਆਫ ਸੈਲਰੀ ਦਾ ਸਾਡਾ ਜਿਹੜਾ ਆਸਪੈਕਟ ਹੈ ਖਤਮ ਹੋ ਗਿਆ। ਰੈਫਰੈਂਸ ਵਾਸਤੇ ਤੁਸੀਂ ਇਨਕਮ ਟੈਕਸ ਲਾਅ ਦੀ ਕਲਿਆਣੀ ਪਬਲਿਸ਼ਰ ਦੀ ਬੁੱਕ ਦੇਖ ਸਕਦੇ ਹੋ। ਥੈਂਕ ਯੂ ਫॉर listening me this topic। yes beta, thank you।